ਜ਼ਮੀਨ ਬੜੀ ਦੱਬੀ ਹੋਈ ਹੈ। ਕਈ ਅਫਸਰਾਂ ਦੇ ਨਾਮ ਆਉਂਦੇ ਨੇ, ਕਈ ਲੀਡਰਾਂ ਦੇ ਨਾਮ ਆਉਂਦੇ ਨੇ। ਕੀ ਲੱਗਦਾ ਹੈਗਾ ਕਿ ਉੱਦਾਂ ਦੀ ਜਾਂਚ ਕਰਾਓ ਲੈਣਗੇ ਜਾਂ ਫਿਰ ਇਹ ਇੱਕ ਖਾਨਾ ਪੂਰਤੀ ਜੀ ਬਣ ਕੇ ਰਹਿ ਜੂਗੀ? 135 ਲੱਖ ਏਕੜ ਜ਼ਮੀਨ ਹੈ ਪੰਜਾਬ ਦੀ ਤੇ ਉਹਦੇ ਚੋਂ ਲਗਭਗ 15,000 ਏਕੜ ਤੇ ਤਾਂ ਸਿੱਧਾ ਕਬਜ਼ਾ ਹੈ, ਵੱਡੇ ਬੰਦਿਆਂ ਦਾ ਕਬਜ਼ਾ। ਉਹ ਕੀ ਕਰਦੇ ਨੇ, ਕਾਨੂੰਨ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ। ਅੱਜ ਕੱਲ੍ਹ ਉਹ ਕਹਿੰਦੇ ਨੇ ਦੰਗੇ ਦੇ ਨਾਂ 'ਤੇ ਅਸੀਂ ਕਹਿੰਦੇ ਬੁਲਡੋਜ਼ਰ ਚਲਾ ਰਹੇ ਹਾਂ, ਦੁਕਾਨਾਂ ਵੀ ਢਾਹ ਦਿੰਦੇ ਹਾਂ ਤੇ ਘਰ ਵੀ ਢਾਹ ਦਿੰਦੇ ਹਾਂ, ਪਰ ਉਹ ਕਿਹਦਾ ਢਾਹਦਾ? ਉਹ ਗਰੀਬ ਆਦਮੀ ਦਾ ਢਾਹਦਾ ਹੈ ਨਾ। ਸਰਕਾਰ ਨੇ ਕਿਹਾ ਕਿ 26 ਜੂਨ ਨੂੰ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਉਹ ਬੁਲਾਉਣਗੀਆਂ। ਇਹ ਪੋਸੀਬਲ ਹੋਏਗਾ, ਸੰਭਵ ਹੋਏਗਾ? ਕਿਉਂਕਿ ਕਈ ਪਿੰਡਾਂ ਦੇ ਵਿੱਚ ਤਾਂ ਹਜੇ ਗ੍ਰਾਮ ਸਭਾ ਦਾ ਨਾਂ ਹੀ ਪਹਿਲੀ ਵਾਰੀ ਸੁਣਿਆ ਹੋਏਗਾ। ਨਹੀਂ, ਬਿਲਕੁਲ ਸੱਚੀ ਹੈ, ਕਿਉਂਕਿ ਸਾਡੇ ਤਾਂ ਗ੍ਰਾਮ ਸਭਾ ਤੇ ਪਹਿਲੀ ਗੱਲ ਤਾਂ ਅਜੇ ਜਾਗਰੂਕਤਾ ਹੀ ਨਹੀਂ ਕਿ ਗ੍ਰਾਮ ਸਭਾ ਕੀ ਹੈ। ਇਹਦਾ ਫਾਇਦਾ ਕੀ ਹੋਏਗਾ ਕਿ ਸੱਚਮੁੱਚ ਜਿਹੜੀ ਸਰਕਾਰ ਹੈ ਉਹ ਪਿੰਡਾਂ 'ਚ ਚੱਲਣੀ ਸ਼ੁਰੂ ਹੋ ਗਈ? ਤੁਹਾਨੂੰ ਲੱਗਦਾ? ਨਹੀਂ, ਉਹ ਪ੍ਰੈਕਟੀਕਲੀ ਮੈਨੂੰ ਲੱਗਦਾ ਮੰਤਰੀ ਨੂੰ ਕਿਸੇ ਨੇ ਠੀਕ ਬਰੀਫ ਨਹੀਂ ਕੀਤਾ ਜਾਂ ਉਹਨੂੰ ਅਜੇ ਸਮਝਣ ਦੀ ਲੋੜ ਹੈ ਹੋਰ ਜ਼ਿਆਦਾ। ਗ੍ਰਾਮ ਸਭਾਵਾਂ ਐ ਨਹੀਂ ਸਟੇਟ ਗਵਰਨਮੈਂਟ ਇੱਥੋਂ ਸੱਦਾ ਦੇ ਦਿੰਦੀ ਹੁੰਦੀ, ਸਟੇਟ ਦਾ ਕੀ ਲੱਲਾ ਕੱਖਾ ਉਹਦੇ ਨਾਲ। ਗ੍ਰਾਮ ਸਭਾ ਦੇ ਮਤੇ ਨੂੰ ਕੋਈ ਬਦਲ ਨਹੀਂ ਸਕਦਾ, ਨਾ ਅਦਾਲਤ ਬਦਲ ਸਕਦੀ ਹੈ, ਅਫਸਰ ਤਾਂ ਦੂਰ ਦੀ ਗੱਲ ਹੈ ਜਿਹੜੇ ਬਾਕੀ ਨੇ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਤਾਂ ਇਹਨਾਂ ਦਿਨੀ ਪੰਜਾਬ ਦੇ ਵਿੱਚ ਇੱਕ ਚਰਚਾ ਛਿੜੀ ਹੋਈ ਹੈ ਕਿ ਨਵੀਂ ਬਣੀ ਸਰਕਾਰ ਪੰਚਾਇਤੀ ਜ਼ਮੀਨਾਂ ਜਿਹੜੀਆਂ ਦੱਬੀਆਂ ਹੋਈਆਂ ਨੇ, ਬਹੁਤ ਵੱਡੀ ਗਿਣਤੀ ਉਹਨਾਂ ਦੀ ਦੱਸੀ ਜਾਂਦੀ ਹੈ, ਉਹਨਾਂ ਦੀ ਜਾਂਚ ਉਹ ਕਰਾ ਸਕਦੀ ਹੈ। ਹਾਲਾਂਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਇੱਕ ਫੈਸਲਾ ਆਇਆ, ਉਹ ਕੀ ਫੈਸਲਾ ਉਹ ਵੀ ਗੱਲ ਕਰਾਂਗੇ। ਪਰ ਬੁਨਿਆਦੀ ਸਵਾਲ ਇਹ ਹੈ ਕਿ ਪੰਚਾਇਤਾਂ ਦੇ ਮਸਲੇ ਦੇ ਉੱਤੇ ਇਹ ਵਾਰ-ਵਾਰ ਸਵਾਲ ਕਿਉਂ ਖੜੇ ਹੁੰਦੇ ਨੇ? ਕਿਉਂਕਿ ਸਾਡੇ ਗੀਤਾਂ ਦੇ ਵਿੱਚ ਵੀ ਹੈ ਕਿ ਲੈਲਾ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ। ਇਹ ਗੀਤ ਕਿੱਦਾਂ ਬਣ ਗਏ ਤੇ ਉਸ ਤੋਂ ਬਾਅਦ ਜਿਹੜੇ ਪੰਚਾਇਤੀ ਮਸਲੇ ਨੇ ਇਹ ਹੱਲ ਕਿਉਂ ਨਹੀਂ ਹੋਏ? ਕਿਉਂਕਿ ਸੰਵਿਧਾਨ ਦੇ ਵਿੱਚ ਕਾਫੀ ਕੁਝ ਇਹਨਾਂ ਬਾਰੇ ਲਿਖਿਆ ਗਿਆ, ਗ੍ਰਾਮ ਸਭਾਵਾਂ ਦੇ ਬਾਰੇ ਲਿਖਿਆ ਗਿਆ। ਇਹ ਅੱਜ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ। ਗੱਲਬਾਤ ਕਰਾਂਗੇ। ਸਰਦਾਰ ਹਮੀਰ ਸਿੰਘ ਜੀ ਸੀਨੀਅਰ ਪੱਤਰਕਾਰ ਸਾਡੇ ਨਾਲ ਨੇ, 1.5 ਦਹਾਕੇ ਤੋਂ ਗ੍ਰਾਮ ਸਭਾ ਦੇ ਉੱਤੇ ਕੰਮ ਕਰ ਰਹੇ ਨੇ, ਪਿੰਡ 'ਤੇ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਹਮੀਰ ਸਿੰਘ ਜੀ, ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਕਿਵੇਂ ਸਮਝੀਏ ਪਿੰਡ ਦੀ ਪੰਚਾਇਤ, ਗ੍ਰਾਮ ਸਭਾ, ਕਿਸ ਤਰੀਕੇ ਨਾਲ ਸਮਝਾਉਣਾ ਚਾਹੋਗੇ? ਅਸਲ 'ਚ ਤਾਂ ਪਿੰਡ ਦੀ ਪੰਚਾਇਤ ਕੋਈ ਨਵੀਂ ਚੀਜ਼ ਨਹੀਂ ਹੈ। ਜਦੋਂ ਇਹ ਸੱਭਿਅਤਾ ਦਾ ਮੁੱਢ ਜਦੋਂ ਬੰਨਿਆ, ਜਦੋਂ ਲੋਕ ਇਕੱਠੇ ਰਹਿਣਾ ਸ਼ੁਰੂ ਹੋਏ ਨੇ ਪਿੰਡ ਤੋਂ, ਤਾਂ ਪਿੰਡ ਦੀ ਗਵਰਨੈਂਸ ਲਈ ਜਿਹੜੀ ਬਣਾਈ ਗਈ ਬਾਡੀ ਸੀ ਉਹ ਪੰਚਾਇਤ ਹੀ ਸੀ ਪਹਿਲੀ। ਉਹਦੇ ਤੋਂ ਬਾਅਦ ਬਾਕੀ ਦੀਆਂ ਚੀਜ਼ਾਂ ਉਸਰੀਆਂ ਨੇ, ਚਾਹੇ ਉਹ ਜ਼ਿਲ੍ਹੇ ਬਣੇ, ਤਹਿਸੀਲਾਂ ਬਣੀਆਂ, ਸੂਬੇ ਬਣੇ, ਦੇਸ਼ ਬਣੇ, ਜਾਂ ਦੁਨੀਆ ਦੇ ਵਿੱਚ ਕੋਈ ਚੀਜ਼ ਆਈ। ਪਰ ਉਹ ਪੰਚਾਇਤਾਂ ਨੂੰ ਕਿਹੜੇ ਢੰਗ ਨਾਲ ਚਲਾਇਆ ਜਾਂਦਾ ਸੀ? ਉਹ ਸਾਰੀਆਂ ਸੀ ਸਮਾਜਿਕ ਸੰਸਥਾਵਾਂ ਕਿ ਆਪਣੇ ਫੈਸਲੇ ਆਪ ਨਜਿੱਠਣੇ ਨੇ, ਕੋਈ ਝਗੜਾ ਆ ਗਿਆ, ਜੋ ਵੀ ਮਾਮਲੇ ਨੇ ਜਾਂ ਵਿਉਂਤਬੰਦੀ ਆ, ਉਹ ਸਾਰੀਆਂ ਕਰਨੀਆਂ ਨੇ। ਹੌਲੀ ਹੌਲੀ ਚੱਲਦੇ ਚੱਲਦੇ ਇਹਨਾਂ ਦਾ ਵਿਕਾਸ ਹੋਇਆ ਕਿ ਜੇ ਦੇਸ਼ ਕਾਨੂੰਨ ਨਾਲ ਚੱਲਣਾ, ਸੰਵਿਧਾਨ ਨਾਲ ਚੱਲਣਾ, ਤਾਂ ਪੰਚਾਇਤੀ ਰਾਜ ਸਿਸਟਮ ਨੂੰ ਵੀ ਸੰਵਿਧਾਨ ਦੇ ਦਾਇਰੇ ਦੇ ਵਿੱਚ ਲਿਆਂਦਾ ਜਾਏ। ਔਰ ਪਹਿਲਾਂ 1952 ਦੇ ਐਕਟ ਤਹਿਤ ਆਜ਼ਾਦ ਭਾਰਤ ਦੇ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਬਣੀ। ਪਰ ਹੌਲੀ ਹੌਲੀ ਇਹਨਾਂ ਨੂੰ ਇਹ ਲੱਗਿਆ ਕਿ ਨਹੀਂ, ਜੇ ਗ੍ਰਾਸ ਰੂਟ ਲੈਵਲ 'ਤੇ ਅਸੀਂ ਕੋਈ ਅਧਿਕਾਰ ਦਿੱਤੇ ਜਾਣ ਜਾਂ ਬਾਕੀ ਲੋਕਾਂ ਦੇ ਕੰਮ ਹੋਰ ਸੁਚਾਰੂ ਤਰੀਕੇ ਨਾਲ ਹੋਣ, ਤਾਂ ਕਿਉਂ ਨਾ ਪੰਚਾਇਤੀ ਰਾਜ ਸਿਸਟਮ ਨੂੰ ਹੋਰ ਰਾਜ ਦਾ ਹਿੱਸਾ ਬਣਾਇਆ ਜਾਏ ਅਤੇ ਫੈਸਲਾ ਕਰਨ ਦੀ ਵਾਧੂ ਤਾਕਤ ਦਿੱਤੀ ਜਾਏ। ਉਹਦੇ 'ਚ 24 ਅਪ੍ਰੈਲ 1993 ਨੂੰ ਇੱਕ ਸੋਧ ਹੋਈ ਸੰਵਿਧਾਨ ਦੀ, ਜਿਹਨੂੰ 73ਵੀਂ ਸੰਵਿਧਾਨਕ ਸੋਧ ਕਿਹਾ ਜਾਂਦਾ। ਉਹ ਇੱਕ ਮਾਡਲ ਐਕਟ ਬਣਿਆ ਕੇਂਦਰ ਦਾ, ਅਤੇ ਫਿਰ ਸਾਰੇ ਰਾਜਾਂ ਨੇ, ਕਿਉਂਕਿ ਰਾਜਾਂ ਦਾ ਵਿਸ਼ਾ ਉਸ ਲੈਵਲ 'ਤੇ ਹੈ। ਸਾਡਾ ਪੰਚਾਇਤੀ ਰਾਜ ਕਾਨੂੰਨ 1994 ਪੰਜਾਬ ਦੇ ਵਿੱਚ ਜਿਹੜਾ ਬਣਿਆ, ਉਹਦੇ ਤਹਿਤ ਕੁਝ ਗੱਲਾਂ ਸੀਗੀਆਂ ਜਿਹੜੀਆਂ ਨਵੀਆਂ ਆਈਆਂ, ਮਤਲਬ ਪਹਿਲਾਂ ਨਾਲੋਂ। ਉਹ ਕਿਹੜੀਆਂ ਗੱਲਾਂ ਸੀ? ਇੱਕ ਨਵੀਂ ਗੱਲ ਇਹ ਆਈ ਉਹਦੇ ਵਿੱਚ ਕਿ ਜਿੰਨੇ ਪਿੰਡਾਂ ਨਾਲ ਸੰਬੰਧਿਤ ਟੋਟਲ ਵਿਕਾਸ ਦੇ ਮਹਿਕਮੇ ਨੇ, ਉਹ 29 ਬਣਦੇ ਨੇ। 29 ਮਹਿਕਮਿਆਂ ਦਾ ਪੂਰਾ ਕੰਮਕਾਜ ਜਿਹੜਾ ਹੈ ਉਹ ਪੰਚਾਇਤੀ ਰਾਜ ਸੰਸਥਾਵਾਂ ਦੇ ਹਵਾਲੇ ਕੀਤਾ ਜਾਵੇ, ਅਤੇ ਕੰਮਕਾਰ ਵੀ ਕੀਤਾ ਜਾਵੇ। ਕੰਮਕਾਰ ਕਰਨ ਦੇ ਲਈ ਫਿਰ ਉਹ ਕਰਿੰਦੇ ਚਾਹੀਦੇ ਨੇ, ਕਰਮਚਾਰੀ ਚਾਹੀਦੇ ਨੇ ਉਹਨਾਂ ਹੀ ਡਿਪਾਰਟਮੈਂਟਾਂ ਦੇ। ਅਤੇ ਜਿਹੜੇ ਪਿੰਡਾਂ ਦੇ ਨਾਲ ਜੁੜ ਕੇ ਕੰਮ ਕਰਦੇ ਬੰਦੇ ਨੇ, ਚਾਹੇ ਉਹ ਪਟਵਾਰੀ ਹੋਏ ਜਾਂ ਚਾਹੇ ਉਹ ਸਕੂਲਾਂ ਦੇ ਵਿੱਚ ਟੀਚਰ ਹੋਣ, ਚਾਹੇ ਉਹ ਡਿਸਪੈਂਸਰੀ ਦੇ ਵਿੱਚ ਡਾਕਟਰ ਹੋਏ, ਚਾਹੇ ਉਹ ਪੰਚਾਇਤ ਦੇ ਤਪਦੇ ਹੈਗੇ ਹੀ ਨੇ, ਉਹ ਗ੍ਰਾਮ ਸੇਵਕਾਂ ਤੋਂ ਲੈ ਕੇ ਜਿਹੜੇ ਵੀ ਬੰਦੇ ਹੈਗੇ ਨੇ, ਅਤੇ ਉਹ ਸਾਰੇ ਬੰਦੇ ਪੰਚਾਇਤੀ ਰਾਜ ਦੇ ਕੰਟਰੋਲ ਦੇ ਵਿੱਚ ਹੋਣ। ਅਤੇ ਹੁਣ ਉਹਨਾਂ ਨੂੰ ਕੰਮ ਕਰਨ ਦੇ ਲਈ ਤਨਖਾਹ ਕਿੱਥੋਂ ਮਿਲੂਗੀ? ਅਤੇ ਬਾਕੀ ਜੇ ਉਹਦੇ ਕੇਡਰ 'ਚ ਚਲੇ ਜਾਂਦੇ ਨੇ ਉਹ, ਤਾਂ ਉਹਦੇ ਲਈ ਉਹਦਾ ਬਜਟ, ਕਰਮਚਾਰੀ ਅਤੇ 29 ਵਿਭਾਗ, ਤਿੰਨੇ ਚੀਜ਼ਾਂ ਟਰਾਂਸਫਰ ਕਰਨੀਆਂ ਸੀਗੀਆਂ।
ਇਹ 24 ਅਪ੍ਰੈਲ 1993 ਦਾ ਮਤਲਬ ਫੈਸਲਾ ਹੈ। ਹੁਣ ਉਸ ਤੋਂ ਬਾਅਦ ਫਿਰ ਇੱਕ ਹੋਰ ਫੈਸਲਾ ਹੋਇਆ ਕਿ ਪੰਚਾਇਤੀ ਰਾਜ ਦੇ ਵਿੱਚ ਸਾਰੇ ਸਮਾਜ ਦੀ ਹਿੱਸੇਦਾਰੀ ਬਣਾਉਣ ਦੇ ਵਾਸਤੇ ਔਰਤਾਂ ਦੀ 50% ਰਿਜ਼ਰਵੇਸ਼ਨ, ਪੰਚੀ 'ਚ ਵੀ, ਸਰਪੰਚੀ 'ਚ ਵੀ, ਬਲਾਕ ਸੰਮਤੀ 'ਚ ਵੀ, ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ, ਔਰ ਇਸੇ ਤਰ੍ਹਾਂ ਜਿਹੜੀ ਦਲਿਤਾਂ ਦੀ ਜਿੰਨੀ ਆਬਾਦੀ ਹੈ ਤੇ ਉਹ ਵੀ ਜਿਹੜੇ ਪਿੰਡ 'ਚ OBC ਦੀ ਆਬਾਦੀ 20% ਹੈ ਜਾਂ ਇਦੋਂ ਜ਼ਿਆਦਾ, ਤਾਂ ਉੱਥੇ ਉਹਨਾਂ ਲਈ ਵੀ ਰਿਜ਼ਰਵ ਮਤਲਬ ਇੱਕ ਸੀਟ ਜਿਹੜੀ ਉਸ ਲੈਵਲ ਦੀ ਹੋ ਸਕਦੀ ਹੈ। ਉਹ ਇੱਕ ਸਾਂਝਾ ਇੱਕ ਸੈਟਅਪ ਲਿਆਂਦਾ ਗਿਆ। ਇੱਕ ਹੋਰ ਇਹਦੇ ਵਿੱਚ ਤਬਦੀਲੀ ਇਹ ਲਿਆਂਦੀ ਗਈ ਕਿ ਸਟੇਟਾਂ ਦੇ ਆਪਦੇ ਫਾਈਨਾਂਸ ਕਮਿਸ਼ਨ ਹੋਣਗੇ। ਉਹ ਕਮਿਸ਼ਨ ਰਿਕਮੈਂਡ ਕਰਿਆ ਕਰਨਗੇ, ਸਿਫਾਰਿਸ਼ ਕਰਿਆ ਕਰਨਗੇ ਕਿ ਕਿੰਨੀ ਪੈਸਾ ਪੰਜਾਬ ਦੇ ਸੂਬੇ ਦੇ ਬਜਟ 'ਚੋਂ ਹੇਠਾਂ ਜਾਣਾ ਚਾਹੀਦਾ। ਉਹ ਸਟੇਟ ਕਮਿਸ਼ਨ ਬਣਿਆ। ਇੱਕ ਚੋਣ ਪੱਕੀ ਕਰਤੀ, ਸਟੇਟਾਂ ਦੇ ਆਪਣੇ ਚੋਣ ਕਮਿਸ਼ਨ ਵੀ ਬਣ ਗਏ, ਜਿਹਦੇ ਤਹਿਤ ਉਹ ਚੋਣ ਹਰ ਹਾਲਤ 'ਚ 5 ਸਾਲ ਬਾਅਦ ਹੋਣੀ ਲਾਜ਼ਮੀ ਕਰਾਰ ਦਿੱਤੀ ਗਈ। ਅਤੇ ਇਹਦੇ ਨਾਲ ਜੁੜੀ ਹੋਈ ਇੱਕ ਹੋਰ ਗੱਲ ਇਹ ਹੋ ਗਈ ਕਿ ਇਹ ਜਿਹੜਾ ਪੰਚਾਇਤੀ ਰਾਜ ਹੈ, ਇਹਨੂੰ ਇਹ ਸਾਰਾ ਕੁਝ ਮਿਲੂਗਾ, ਪਰ ਪੰਚਾਇਤਾਂ ਦੀ ਜਿਹੜੀ ਜਵਾਬਦੇਹੀ ਹੈ, ਪੰਚਾਇਤਾਂ ਕਿਵੇਂ ਕੰਮ ਕਰਨ, ਉਹਦੇ ਲਈ ਇੱਕ ਸੰਸਥਾ ਜਿਹੜੀ ਬੜੀ ਆਈ, ਉਹ ਹੈ ਗ੍ਰਾਮ ਸਭਾ। ਗ੍ਰਾਮ ਸਭਾ ਪਿੰਡ ਦਾ ਹਰ ਵੋਟਰ ਉਹਦਾ ਮੈਂਬਰ ਹੈ, ਜਿਹਦੀ ਉਮਰ 18 ਸਾਲ ਤੋਂ ਉੱਪਰ ਹੈ, ਅਤੇ ਇੱਕ ਚੁਣੀ ਨਹੀਂ ਜਾਂਦੀ, ਆਪਣੇ ਆਪ ਹੀ ਸੰਵਿਧਾਨ ਦੇ ਵਿੱਚ ਇੱਕ ਦਰਜ ਸੰਸਥਾ ਹੈ, ਸੰਵਿਧਾਨ ਦੀ ਮਾਨਤਾ ਪ੍ਰਾਪਤ ਸੰਸਥਾ ਹੈ। ਗ੍ਰਾਮ ਸਭਾ ਬਣਦੀ ਹੈ ਅਤੇ ਉਸ ਤੋਂ ਬਾਅਦ ਪੰਚਾਇਤ ਬਣਨੀ ਸ਼ੁਰੂ ਹੁੰਦੀ ਹੈ ਪਿੰਡ ਦੇ ਵਿੱਚ। ਅਤੇ ਜਿੰਨਾ ਵੀ ਬਜਟ ਜਿੰਨੀ ਆਮਦਨ ਆਉਂਦੀ ਹੈ ਇਸ ਪੰਚਾਇਤ ਕੋਲ ਕਿਤੋਂ ਵੀ ਆਵੇ, ਚਾਹੇ ਉਹ ਆਪਣੀ ਸ਼ਾਮਲਾਟ ਦੀ ਬੋਲੀ ਤੋਂ ਆਵੇ, ਚਾਹੇ ਉਹ ਫਾਈਨਾਂਸ ਕਮਿਸ਼ਨ ਤੋਂ ਆਵੇ, ਚਾਹੇ ਉਹ ਕਿਸੇ ਹੋਰ ਸਕੀਮ ਤਹਿਤ ਆਵੇ, ਉਹਦਾ ਟੋਟਲ ਦਾ ਹਿਸਾਬ ਕਿਤਾਬ ਗ੍ਰਾਮ ਸਭਾ 'ਚ ਰੱਖਣਾ ਹੁੰਦਾ ਅਤੇ ਗ੍ਰਾਮ ਸਭਾ ਤੋਂ ਉਹਦੀ ਮਨਜ਼ੂਰੀ ਲੈਣੀ ਹੁੰਦੀ ਹੈ ਕਿ ਇਹ ਪੈਸਾ ਅਸੀਂ ਇੱਥੇ ਖਰਚਣਾ ਚਾਹੁੰਦੇ ਹਾਂ ਅਤੇ ਇੱਥੇ ਖਰਚ ਕਰ ਰਹੇ ਹਾਂ। ਜਦੋਂ ਉਹ ਕੀ ਉੱਥੇ ਖਰਚ ਹੋਇਆ ਜਾਂ ਨਹੀਂ ਹੋਇਆ, ਇਹ ਪਹਿਲਾ ਹੈਗਾ ਹਾੜੀ ਦੀ ਇਜਲਾਸ, ਜਿਹਨੂੰ ਕਹਿੰਦੇ ਆ ਜੂਨ ਦਾ ਮਹੀਨਾ, ਜਦੋਂ ਬਜਟ ਬਾਕੀ ਪਾਸ ਹੋ ਜਾਂਦੇ ਨੇ ਸਾਰੇ, ਉਦੋਂ ਪਿੰਡ ਦੇ ਬਜਟ ਦੀ ਵੀ ਗੱਲ ਹੈ। ਅਤੇ ਕਿਉਂਕਿ ਪਤਾ ਲੱਗ ਜਾਂਦਾ ਕਿ ਸੂਬੇ ਅਤੇ ਕੇਂਦਰ ਦੇ ਬਜਟ 'ਚੋਂ ਸਾਨੂੰ ਕੀ ਮਿਲੂਗਾ ਕੀ ਨਹੀਂ ਮਿਲੂਗਾ। ਅਤੇ ਅੱਗੇ ਫਿਰ ਜਿਹੜਾ ਸਾਉਣੀ ਦਾ ਇਜਲਾਸ ਆਉਂਦਾ ਦਸੰਬਰ ਦੇ ਮਹੀਨੇ ਦੇ ਵਿੱਚ, ਉੱਥੇ ਉਹਦਾ ਲੇਖਾ ਜੋਖਾ ਦੱਸਣਾ ਪੈਂਦਾ ਪੰਚਾਇਤ ਨੂੰ ਵੀ ਦੇਖੋ ਆਹ ਅਸੀਂ ਇੰਨਾ ਬਜਟ ਪਿਛਲੇ ਵਾਰ ਪਾਸ ਹੋਇਆ ਸੀ, ਉਸ ਬਜਟ ਦਾ ਇਹਦਾ ਪੈਸਾ ਇੱਦਾਂ ਲਾਇਆ, ਇੱਥੇ ਇੰਨਾ ਲਾਇਆ, ਇੱਥੇ ਇੰਨਾ ਲਾਇਆ, ਉਹਦਾ ਟੋਟਲ ਲੇਖਾ ਜੋਖਾ, ਇੱਕ ਸੋਸ਼ਲ ਆਡਿਟ ਜਿਹਨੂੰ ਆਪਾਂ ਕਹਿੰਦੇ ਹਾਂ, ਸਮਾਜਿਕ ਲੇਖਾ ਜੋਖਾ ਉਹ ਦਿੰਦੇ ਨੇ। ਹੁਣ ਇਹ ਹੈਗਾ ਕਾਨੂੰਨ, ਪਰ ਇਹ ਲਾਗੂ ਕਿਤੇ ਹੈ ਜਾਂ ਨਹੀਂ ਹੈ, ਇਹ ਉਦੋਂ ਬਾਅਦ ਦਾ ਕੁਐਸਚਨ ਹੈ ਨਾ। ਹਕੀਕਤ ਵੀ ਤੁਸੀਂ ਦੱਸੋਗੇ, ਨਾਲੇ ਇਹ ਦੱਸਿਓ ਕਿ ਗ੍ਰਾਮ ਸਭਾ ਦੀਆਂ ਸ਼ਕਤੀਆਂ ਕੀ ਨੇ, ਕੋਈ ਹੈ ਸ਼ਕਤੀਆਂ ਗ੍ਰਾਮ ਸਭਾ ਕੋਲੇ? ਕਿਉਂਕਿ ਜਦੋਂ 3 ਖੇਤੀ ਕਾਨੂੰਨ ਆਏ ਉਦੋਂ ਬਹੁਤ ਸਾਰਾ ਜਿਹੜਾ ਲੋਕਾਂ ਨੇ ਗ੍ਰਾਮ ਸਭਾ ਦੇ ਮਤੇ ਵੀ ਪਾਏ। ਥੋੜ੍ਹਾ ਜਿਹਾ ਹੋਰ ਸਮਝਾਇਓ ਕਿ ਗ੍ਰਾਮ ਸਭਾ ਕੋਲੇ ਪਾਵਰਸ ਕੀ ਨੇ, ਸ਼ਕਤੀਆਂ ਕੀ ਨੇ, ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਨੇ। ਸਾਡੇ ਦੇਸ਼ 'ਚ ਗ੍ਰਾਮ ਸਭਾ ਦੇ 2 ਪੈਟਰਨ ਨੇ। ਇੱਕ ਗ੍ਰਾਮ ਸਭਾ ਹੈ ਕਬੈਲੀ ਖੇਤਰਾਂ ਦੇ ਵਾਸਤੇ, ਜਿੱਥੇ ਕਬੀਲੇ ਰਹਿੰਦੇ ਨੇ, ਅਜੇ ਵੀ ਬਹੁਤ ਕਬੀਲਿਆਂ ਦੀ ਆਬਾਦੀ 21% ਤੋਂ ਵੱਧ ਹੈ ਹਿੰਦੁਸਤਾਨ 'ਚ ਅਜੇ ਵੀ, ਮਤਲਬ ਬਹੁਤ ਵੱਡੀ ਗਿਣਤੀ 'ਚ ਨੇ, ਕਰੋੜਾਂ ਲੋਕ ਨੇ ਉਹ ਸਾਰੇ ਕਿਤੇ, ਕਿੰਨੇ ਸੂਬਿਆਂ ਦੇ ਵਿੱਚ ਨੇ, ਉੜੀਸਾ 'ਚ ਹੈ, ਝਾਰਖੰਡ ਹੈ, ਬਿਹਾਰ ਹੈ, ਅੱਗੇ ਮੱਧ ਪ੍ਰਦੇਸ਼ ਦੇ ਵਿੱਚ ਵੀ ਨੇ, ਵੱਖ-ਵੱਖ ਕਿੰਨੇ ਹੀ ਸਟੇਟਾਂ ਦੇ ਵਿੱਚ ਨੇ। ਉਹਨਾਂ ਦੀਆਂ ਗ੍ਰਾਮ ਸਭਾਵਾਂ ਨੂੰ ਨਾਲ ਇੱਕ ਐਡੀਸ਼ਨਲ ਐਕਟ ਦੇ ਤਹਿਤ ਬਹੁਤ ਵੱਡੇ ਅਧਿਕਾਰ ਨੇ। ਉਹਨੂੰ ਅਧਿਕਾਰ ਉਹਨਾਂ ਨੂੰ ਤਾਂ ਇੱਥੋਂ ਤੱਕ ਹੈ ਕਿ ਉਹਨਾਂ ਦੇ ਨਾਲ ਕਿਤੇ ਵੀ ਛੇੜਛਾੜ ਕਰਨ ਦੇ ਲਈ ਨਾਲ ਤਾਂ ਪਾਰਲੀਮੈਂਟ ਅਤੇ ਅਸੈਂਬਲੀ ਦੇ ਕਾਨੂੰਨ ਵੀ ਕਈ ਲਾਗੂ ਨਹੀਂ ਹੁੰਦੇ ਉੱਥੇ, ਉਹਨਾਂ ਤੋਂ ਪੁੱਛੇ ਬਿਨਾਂ ਉਹਨਾਂ ਦੀ ਗ੍ਰਾਮ ਸਭਾ ਦਾ ਸਵਾਲ ਹੈ। ਔਰ ਜਿਵੇਂ ਇਹਦੀਆਂ ਐਗਜ਼ਾਮਪਲਾਂ ਨੇ, ਇੱਕ ਨਿਆਮਗਿਰੀ ਦੀਆਂ ਉੜੀਸਾ ਦੇ ਵਿੱਚ ਪਹਾੜੀਆਂ ਨੇ, ਨਿਆਮਗਿਰੀ ਦੀਆਂ ਪਹਾੜੀਆਂ ਦੇ ਵਿੱਚੋਂ ਜਿਹੜਾ ਬਹੁਤ ਜ਼ਿਆਦਾ ਧਾਤ ਨਿਕਲਦੀ ਹੈ, ਔਰ ਉਸ ਧਾਤ ਨੂੰ ਦੇਸ਼ ਦੇ ਹੁਕਮਰਾਨ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੇ ਸੀ ਕਿ ਕਾਰਪੋਰੇਟ ਕੱਢ ਲੇ, ਕਰੋੜਾਂ ਰੁਪਇਆ ਬਣਦਾ, ਅਰਬਾਂ ਰੁਪਇਆ ਬਣਦਾ ਉਸ ਦੇ ਵਿੱਚ। ਉਹ ਕੇਸ ਚਲਾ ਗਿਆ ਸੁਪਰੀਮ ਕੋਰਟ। ਤਾਂ ਸੁਪਰੀਮ ਕੋਰਟ ਦੇ ਵਿੱਚ ਦੂਜੀ ਧਿਰ ਨੇ ਕਿਹਾ ਕਿ ਇਹਨਾਂ ਨੇ ਸਾਰੇ ਫੈਸਲੇ ਗ੍ਰਾਮ ਸਭਾ ਤੋਂ ਬਿਨਾਂ ਪੁੱਛੇ ਕੀਤੇ ਨੇ, ਇਹ ਫੈਸਲੇ ਗਲਤ ਨੇ, ਗੈਰ ਕਾਨੂੰਨੀ ਨੇ। ਤਾਂ ਸੁਪਰੀਮ ਕੋਰਟ ਨੇ ਦੁਬਾਰਾ ਆਰਡਰ ਕਰਤਾ ਕਿ ਗ੍ਰਾਮ ਸਭਾਵਾਂ ਕੋਲ ਜਾਓ, ਉਹ 12 ਪਿੰਡਾਂ ਦੀਆਂ ਗ੍ਰਾਮ ਸਭਾਵਾਂ ਸੀ, ਅਤੇ ਉਹਨਾਂ ਤੋਂ ਪੁੱਛੋ, ਜੇ ਉਹ ਜੈਸ ਕਰਦੀਆਂ ਨੇ ਤਾਂ ਠੀਕ ਹੈ, ਨਹੀਂ ਤਾਂ ਨਾ। ਸਰਕਾਰ ਦੇ ਫੈਸਲੇ ਨੂੰ ਵੀ ਉਲਟ ਕੇ ਰੱਖਤਾ। ਉਹ 12 ਪਿੰਡਾਂ ਦੇ ਵਿੱਚ ਚਰਚਾ ਹੋਈ, ਗ੍ਰਾਮ ਸਭਾਵਾਂ ਬਣਾਈਆਂ, 12 ਦੀਆਂ 12 ਪਿੰਡਾਂ ਨੇ ਸਰਕਾਰ ਦੇ ਫੈਸਲੇ ਦੇ ਉਲਟ ਮਤੇ ਪਾਤੇ। ਤਾਂ ਸੁਪਰੀਮ ਕੋਰਟ ਨੇ ਕਿਹਾ ਜਾਓ, ਤੁਹਾਡਾ ਕੁਝ ਨਹੀਂ। ਪਹਿਲੀ ਵਾਰ ਕਾਰਪੋਰੇਟ ਦੀਆਂ ਜੇ ਮਸ਼ੀਨਾਂ ਚੱਕੀਆਂ ਗਈਆਂ ਉੱਥੋਂ, ਉਹ ਗ੍ਰਾਮ ਸਭਾ ਦੇ ਕਰਕੇ। ਉਹਦਾ ਜਿਹੜਾ ਲੀਡਰ ਸੀ ਇੱਕ ਪ੍ਰਫੁੱਲ ਸਮੰਤਰਾ, ਉਹ ਬੰਦਾ ਜਿਹਨੂੰ ਦੇਸ਼ ਦੇ ਵਿੱਚ ਉਹਨੂੰ ਨੋਬਲ ਇਨਵਾਇਰਨਮੈਂਟ ਦਾ ਨੋਬਲ ਪ੍ਰਾਈਜ਼ ਦੇ ਬਰਾਬਰ ਗਿਣਿਆ ਜਾਂਦਾ, ਉਹ ਪ੍ਰਾਈਜ਼ ਮਿਲਿਆ ਇਹ ਮੂਵਮੈਂਟ ਨੂੰ ਜਾਗਰੂਕ ਕਰਨ ਦੇ ਲਈ ਅਤੇ ਇਹ ਸਾਰੀਆਂ ਚੀਜ਼ਾਂ ਨੂੰ ਦਿਖਾਉਣ ਦੇ ਵਾਸਤੇ। ਹੁਣ ਦੂਜੀ ਗੱਲ ਇਸੇ ਲਈ ਆ ਝਾਰਖੰਡ ਦੇ ਵਿੱਚ ਵਾਪਰੀ ਹੈ, 2018 'ਚ ਵਾਪਰੀ ਹੈ। ਝਾਰਖੰਡ ਦੇ ਵਿੱਚ ਉਹਨਾਂ ਨੇ ਪੱਥਲਗੋੜੀ ਇੱਕ ਅੰਦੋਲਨ ਚਲਾਇਆ ਹੋਇਆ।
ਉਹ ਅੰਦੋਲਨ ਦੇ ਮਾਮਲੇ ਦੇ ਵਿੱਚ ਇਹ ਹੈ ਸਾਰੇ ਕਿਤੇ ਕਿ ਉਹਨਾਂ ਨੇ ਇਹ ਕਿਹਾ ਕਿ ਸਾਡੇ ਪਿੰਡ 'ਚ ਕੋਈ ਨਹੀਂ ਵੜ ਸਕਦਾ, ਅਸੀਂ ਨਾ ਰਾਸ਼ਟਰਪਤੀ ਨੂੰ ਜਾਣਦੇ ਹਾਂ, ਨਾ ਵਿਧਾਨ ਸਭਾ ਨੂੰ, ਨਾ ਪਾਰਲੀਮੈਂਟ ਨੂੰ, ਸਾਡੀ ਸੰਵਿਧਾਨਕ ਸੰਸਥਾ ਤਾਂ ਗ੍ਰਾਮ ਸਭਾ ਹੈ। ਸਾਡੇ ਬਿਨਾਂ ਪੁੱਛੇ ਇਸ ਇਲਾਕੇ 'ਚ ਕੋਈ ਵੀ ਆਇਆ ਤਾਂ ਉਹ ਆਪ ਜ਼ਿੰਮੇਵਾਰ ਹੋਏਗਾ, ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਇਹ ਤਾਕਤ ਹੈ ਟਰਾਈਬਲ ਖੇਤਰ ਦੀ ਗ੍ਰਾਮ ਸਭਾ ਦੀ। ਪਰ ਸਾਡੀ ਗ੍ਰਾਮ ਸਭਾ ਦੀ ਵੀ ਜਿਹੜੀਆਂ ਸਾਡੇ ਵੀ ਨੇ ਉਹਨਾਂ ਦੀ ਤਾਕਤ ਵੀ ਬੇਹੱਦ ਹੈ। ਇੱਕ ਤਾਂ ਜਿਵੇਂ ਮੈਂ ਇਹ ਕਿਹਾ ਕਿ ਜਿੰਨੀ ਵੀ ਸਕੀਮਾਂ ਨੇ ਕੇਂਦਰ ਸਰਕਾਰ ਦੀਆਂ, ਪੰਜਾਬ ਸਰਕਾਰ ਦੀਆਂ, ਲੋਕਾਂ ਨੂੰ ਫਾਇਦਾ ਦੇਣ ਵਾਲੀਆਂ, ਉਹਨਾਂ ਦੀ ਨਿਸ਼ਾਨਦੇਹੀ ਜਿਹੜੀ ਹੈ ਲਾਭਪਾਤਰੀਆਂ ਦੀ, ਉਹ ਗ੍ਰਾਮ ਸਭਾ 'ਚ ਹੋਣੀ ਹੁੰਦੀ ਹੈ। ਚਾਹੇ ਉਹ 5 ਮਰਲੇ ਦੇ ਪਲਾਟਾਂ ਵਾਲਾ ਮਾਮਲਾ ਹੋਵੇ, ਚਾਹੇ ਪੈਨਸ਼ਨ ਲਾਉਣੀ ਹੋਵੇ, ਵਿਧਵਾ ਬੁਢਾਪਾ, ਜਿਹੜੇ ਵੀ ਮਰਜ਼ੀ ਟਾਈਪ ਦੀ, ਮਨਰੇਗਾ ਦੀ ਹਰ ਗੱਲ, ਖਾਸ ਤੌਰ 'ਤੇ ਜਿਹੜੀ 100 ਦਿਨ ਦੇ ਗਰੰਟੀ ਦੀ ਕਾਨੂੰਨ ਬਣਿਆ ਹੋਇਆ, ਉਹਦਾ ਤਾਂ ਹਰ ਕੰਮ ਹੀ ਗ੍ਰਾਮ ਸਭਾ ਦੇ ਰਾਹੀਂ, ਲੇਬਰ ਬਜਟ ਵੀ ਗ੍ਰਾਮ ਸਭਾ ਦੇ ਰਾਹੀਂ ਜਾਣਾ ਹੈ, ਪ੍ਰੋਜੈਕਟ ਜਿਹੜੇ ਉਲੀਕੇ ਜਾਣੇ ਨੇ, ਕਿਹੜੇ ਕਿਹੜੇ ਪ੍ਰੋਜੈਕਟ ਬਣਨਗੇ ਉਹ ਵੀ ਗ੍ਰਾਮ ਸਭਾ ਰਾਹੀਂ ਹੋਣੇ ਨੇ, ਉਹਦਾ ਤਾਂ ਸਾਰਾ ਢਾਂਚਾ ਗ੍ਰਾਮ ਸਭਾ ਦੇ ਰਾਹੀਂ ਇਹ ਚੱਲਦਾ ਹੈ। ਔਰ ਸਾਰੀਆਂ ਸਕੀਮਾਂ ਦੀ ਨਿਸ਼ਾਨਦੇਹੀ ਗ੍ਰਾਮ ਸਭਾ ਮੁਤਾਬਕ ਹੋਣੀ ਹੁੰਦੀ ਹੈ। ਔਰ ਜੇ ਉਹ ਨਹੀਂ ਹੁੰਦੀ, ਔਰ ਇਸੇ ਕਰਕੇ ਉਹ 2 ਅਜਲਾਸ ਜਿਹੜੇ ਨੇ ਜੂਨ ਤੇ ਦਸੰਬਰ 'ਚ ਬੁਲਾਉਣੇ ਲਾਜ਼ਮੀ ਨੇ। ਜੇ ਉਹ ਦੋਨੋਂ ਕੋਈ ਸਰਪੰਚ ਨਹੀਂ ਬੁਲਾਉਂਦਾ ਤਾਂ ਦੂਜੇ ਮਹੀਨੇ ਦੀ ਆਖਰੀ ਤਰੀਕ ਨੂੰ, ਮੰਨ ਲਓ ਜੂਨ ਦਾ ਵੀ ਨਹੀਂ ਬੁਲਾਇਆ, ਦਸੰਬਰ ਦਾ ਵੀ ਨਹੀਂ, ਤਾਂ 31 ਦਸੰਬਰ ਨੂੰ ਆਪਣੇ ਆਪ ਸਰਪੰਚ ਸਸਪੈਂਡ ਹੋ ਜਾਂਦਾ ਜੋ ਨਹੀਂ ਇਜਲਾਸ ਬੁਲਾਉਂਦਾ ਤਾਂ। ਤੇ ਆਪਣੇ ਇੱਥੇ ਜ਼ਿਆਦਾਤਰ ਜਿਹੜੇ ਰਜਿਸਟਰਾਂ ਦੇ ਵਿੱਚ, ਸਰਕਾਰੀ ਰਜਿਸਟਰ ਉਹਨਾਂ ਦੇ ਵਿੱਚ ਜ਼ਰੂਰ ਬੁਲਾਈ ਜਾਂਦੀ ਹੈ, ਪਰ ਜ਼ਮੀਨੀ ਪੱਧਰ 'ਤੇ ਸ਼ਾਇਦ ਉਸ ਤਰੀਕੇ ਨਾਲ ਇਹਨੂੰ ਲਾਗੂ ਨਹੀਂ ਕੀਤਾ ਜਾਂਦਾ। ਇਹ ਗੱਲ ਵੀ ਸੱਚੀ ਹੈ? ਨਹੀਂ, ਬਿਲਕੁਲ ਸੱਚੀ ਹੈ, ਕਿਉਂਕਿ ਸਾਡੇ ਤਾਂ ਗ੍ਰਾਮ ਸਭਾ ਦੇ ਪਹਿਲੀ ਗੱਲ ਤਾਂ ਜੇ ਜਾਗਰੂਕਤਾ ਹੀ ਨਹੀਂ ਕਿ ਗ੍ਰਾਮ ਸਭਾ ਕੀ ਹੈ। ਕੋਈ ਪੁੱਛਦਾ ਹੈ ਕਿਵੇਂ ਬਣਦੀ ਹੈ, ਕਿਵੇਂ ਰਜਿਸਟਰਡ ਹੁੰਦੀ ਹੈ, ਕੌਣ ਬੁਲਾਉਂਦਾ ਹੈ। ਪਹਿਲੀ ਗੱਲ ਤਾਂ ਇਹ ਕਿ ਸਰਪੰਚ ਜਿੰਨੇ ਵਾਰੀ 2 ਮਹੀਨਿਆਂ ਤੋਂ ਬਿਨਾਂ ਵੀ ਜਦ ਮਰਜ਼ੀ ਬੁਲਾ ਸਕਦਾ, ਸਰਪੰਚ ਨੂੰ ਹੱਕ ਹੈ ਕਿਸੇ ਵੀ ਮੁੱਦੇ ਤੇ। ਤੁਸੀਂ ਸਮਝੋ ਸਾਡੇ ਪਿੰਡ ਖਾਸ ਸਮੱਸਿਆ ਔਰਤਾਂ ਦੀ ਹੈ, ਉਹਦੇ ਬਾਰੇ ਬੁਲਾ ਸਕਦੇ ਹੋ। ਤੁਸੀਂ ਸਮਝੋ ਬੱਚਿਆਂ ਨੂੰ ਕੋਈ ਖਾਸ ਪ੍ਰੋਬਲਮ ਆ ਰਹੀ ਹੈ, ਉਹਨਾਂ ਬਾਰੇ ਬੁਲਾ ਸਕਦੇ ਹੋ। ਸਰਪੰਚ ਨੂੰ ਇਨਵੋਲਵ ਕਰਨਾ ਜ਼ਰੂਰੀ ਹੈ ਇਹਦੇ ਵਿੱਚ? ਬਿਲਕੁਲ, ਸਰਪੰਚ ਤਾਂ ਮੁਖੀ ਹੈ ਤੇ ਉਹਨੇ ਤਾਂ ਗ੍ਰਾਮ ਸਭਾ ਬੁਲਾਉਣੀ ਹੀ ਬੁਲਾਉਣੀ ਹੈ। ਜੇ ਸਰਪੰਚ ਕਹੇ ਮੈਂ ਨਹੀਂ ਬੁਲਾਉਣੀ, ਜੇ ਸਰਪੰਚ ਨਹੀਂ ਬੁਲਾਉਂਦਾ ਤਾਂ ਉਹਦੇ 'ਚ ਇੱਕ ਪ੍ਰੋਵੀਜ਼ਨ ਹੈ ਕਿ ਪਿੰਡ ਦੇ 20% ਵੋਟਰ, ਮਤਲਬ 5ਵਾਂ ਹਿੱਸਾ, ਲਿਖ ਕੇ ਦੇਣ BDPO ਨੂੰ ਕਿ ਅਸੀਂ ਇਸ ਮੁੱਦੇ ਤੇ ਸਪੈਸ਼ਲ ਇਜਲਾਸ ਗ੍ਰਾਮ ਸਭਾ ਦਾ ਬਣਾਉਣਾ, ਤਾਂ BDO ਪਾਬੰਦ ਹੈ 1 ਮਹੀਨੇ ਦੇ ਅੰਦਰ ਅੰਦਰ ਉਹ ਇਜਲਾਸ ਬਣਾਉਣ ਲਈ। ਜੇ ਸਰਪੰਚ ਉਸ ਗ੍ਰਾਮ ਸਭਾ ਦੇ ਇਜਲਾਸ 'ਚ ਆ ਜਾਂਦਾ ਤਾਂ ਉਹੀ ਪ੍ਰਧਾਨਗੀ ਕਰੂਗਾ। ਜੇ ਉਹ ਨਹੀਂ ਆਉਂਦਾ ਤਾਂ ਜਿਹੜਾ ਵੀ ਪੰਚ ਉੱਥੇ ਬੈਠਾ ਹੈ ਉਹ ਇਜਲਾਸ ਉਹਨੂੰ ਪ੍ਰਧਾਨਗੀ ਦੇ ਦਿੰਦਾ, ਅਤੇ ਉਹਦੀ ਪ੍ਰਧਾਨਗੀ ਦੇ ਵਿੱਚ ਵੀ ਪਿਆ ਹਰ ਮਤਾ ਕਾਨੂੰਨੀ ਹੈ, ਸੰਵਿਧਾਨਕ ਹੈ, ਅਤੇ ਉਹਦੇ 'ਤੇ ਅਮਲ ਕਰਨਾ ਹੀ ਪਊਗਾ, ਚਾਹੇ ਪੰਚਾਇਤ ਹੈ ਚਾਹੇ। ਇੱਕ ਗੱਲ ਇਹ ਹੈ ਗ੍ਰਾਮ ਸਭਾ ਦੀ ਤਾਕਤ, ਤੇ ਗ੍ਰਾਮ ਸਭਾ ਦੇ ਮਤੇ ਨੂੰ ਕੋਈ ਬਦਲ ਨਹੀਂ ਸਕਦਾ, ਨਾ ਅਦਾਲਤ ਬਦਲ ਸਕਦੀ ਹੈ, ਅਫਸਰ ਤਾਂ ਦੂਰ ਦੀ ਗੱਲ ਹੈ ਜਿਹੜੇ ਬਾਕੀ ਨੇ। ਜੇ ਕਿਸੇ ਕਾਰਨ ਕਰਕੇ ਉਹਦੇ 'ਚ ਕੋਈ ਕਾਨੂੰਨੀ ਗਲਤੀ ਹੈ ਤਾਂ ਉਹਨੂੰ ਵਾਪਸ ਭੇਜੂਗੀ ਉਹ ਕਿ ਇਹਨੂੰ ਠੀਕ ਕਰਕੇ ਭੇਜ ਦਿਓ, ਉਹਨੂੰ ਆਪਣੇ ਆਪ ਐਂ ਰੱਦ ਕਰਨ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਇਹ ਤਾਕਤ ਹੈ ਇੱਕ ਗ੍ਰਾਮ ਸਭਾ ਦੀ। ਦੂਜੀ ਤਾਕਤ ਇਸ ਕਰਕੇ ਹੈ ਗ੍ਰਾਮ ਸਭਾ ਦੀ, ਇਹ ਸੰਗਤ ਦਾ ਰੂਪ ਹੈ। ਜੇ ਗ੍ਰਾਮ ਸਭਾ ਰਾਹੀਂ ਫੈਸਲੇ ਹੋਣੇ ਸ਼ੁਰੂ ਹੁੰਦੇ ਨੇ ਅਤੇ ਜੇ ਕੋਈ ਸਰਪੰਚ ਇੱਧਰ ਨੂੰ ਲੱਗ ਜਾਣ ਇਸ ਤਰੀਕੇ ਦੇ ਨਾਲ, ਤਾਂ ਸਰਪੰਚ ਨੂੰ ਮੁਲਾਜ਼ਮਾਂ ਦੀ, ਅਫਸਰਾਂ ਦੀ, ਹਲਕਾ ਇੰਚਾਰਜ MLA ਦੀ ਚਾਪਲੂਸੀ ਕਰਨ ਦੀ ਲੋੜ ਨਹੀਂ। ਜੇ ਉਹ ਸਾਰੇ ਫੈਸਲੇ ਗ੍ਰਾਮ ਸਭਾ ਰਾਹੀਂ ਕਰਾਉਣਾ ਸ਼ੁਰੂ ਕਰ ਦੇ, ਉਹਦੇ ਖਿਲਾਫ ਕੋਈ ਮੁਕੱਦਮਾ ਨਹੀਂ ਹੋ ਸਕਦਾ, ਕੋਈ ਕੁਛ ਨਹੀਂ। ਉਹ ਕਹੂਗਾ ਇਹ ਤਾਂ ਗ੍ਰਾਮ ਸਭਾ ਨੇ ਮੈਨੂੰ ਹੁਕਮ ਦਿੱਤਾ, ਮੈਂ ਇਹ ਕਰ ਰਿਹਾ। ਅੱਛਾ, ਇਹਦੇ ਨਾਲ ਹੀ ਜੁੜਿਆ ਇੱਕ ਸਵਾਲ ਹੈ। ਹੁਣ ਸਰਕਾਰ ਵੱਲ ਨੂੰ ਆ ਜਾਈਏ, ਬੁਨਿਆਦੀ ਸਮਝ ਗਏ ਆ ਵੀ ਪੂਰਾ ਸਟਰਕਚਰ ਕੀ ਹੁੰਦਾ। ਸਰਕਾਰ ਨੇ ਕਿਹਾ ਕਿ 26 ਜੂਨ ਨੂੰ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਉਹ ਬੁਲਾਉਣਗੀਆਂ। 12,000 ਤੋਂ ਉੱਪਰ ਪੰਜਾਬ ਦੇ ਵਿੱਚ ਪਿੰਡ ਨੇ। ਇਹ ਪੋਸੀਬਲ ਹੋਏਗਾ, ਸੰਭਵ ਹੋਏਗਾ? ਕਿਉਂਕਿ ਕਈ ਪਿੰਡਾਂ ਦੇ ਵਿੱਚ ਤਾਂ ਹਜੇ ਗ੍ਰਾਮ ਸਭਾ ਦਾ ਨਾਂ ਹੀ ਪਹਿਲੀ ਵਾਰੀ ਸੁਣਿਆ ਹੋਏਗਾ, ਅਤੇ ਸ਼ਾਇਦ ਸਰਕਾਰ ਦੇ ਐਲਾਨ ਤੋਂ ਬਾਅਦ ਸੁਣਿਆ ਹੋਵੇ। ਤਾਂ ਉਹ ਪਿੰਡਾਂ ਦੇ ਵਿੱਚ ਕਿਸ ਤਰੀਕੇ ਨਾਲ ਗ੍ਰਾਮ ਸਭਾ ਬੁਲਾਉਣਗੇ, ਜਾਂ ਇਹਦਾ ਫਾਇਦਾ ਕੀ ਹੋਏਗਾ? ਕਿ ਸੱਚਮੁੱਚ ਜਿਹੜੀ ਸਰਕਾਰ ਹੈ ਉਹ ਪਿੰਡਾਂ ਚੱਲਣੀ ਸ਼ੁਰੂ ਹੋ ਗਈ, ਤੁਹਾਨੂੰ ਲੱਗਦਾ? ਨਹੀਂ, ਉਹ ਪ੍ਰੈਕਟੀਕਲੀ ਮੈਨੂੰ ਲੱਗਦਾ ਮੰਤਰੀ ਨੂੰ ਕਿਸੇ ਨੇ ਠੀਕ ਬਰੀਫ ਨਹੀਂ ਕੀਤਾ, ਜਾਂ ਉਹਨੂੰ ਅਜੇ ਸਮਝਣ ਦੀ ਲੋੜ ਹੈ ਹੋਰ ਜ਼ਿਆਦਾ। ਉਹਦਾ ਕਾਰਨ ਇਹ ਹੁੰਦਾ ਕਿ ਗ੍ਰਾਮ ਸਭਾਵਾਂ ਐ ਨਹੀਂ ਸਟੇਟ ਗੌਰਮੈਂਟ ਇੱਥੋਂ ਸੱਦਾ ਦੇ ਦਿੰਦੀ ਹੁੰਦੀ। ਸਟੇਟ ਦਾ ਕੀ ਲੱਲਾ ਕੱਖਾ ਉਹਦੇ ਨਾਲ, ਵੈਸੇ ਜੇ ਦੇਖਿਆ ਜਾਏ। ਐਕਚੁਅਲੀ ਤਾਂ ਉਹ ਪਿੰਡ ਦੇ ਲੋਕਾਂ ਦਾ ਅਤੇ ਲੋਕਲ ਅਧਿਕਾਰੀਆਂ ਦਾ ਮਾਮਲਾ ਹੈ ਨਾ। ਜੇ ਦੇ ਵੀ ਦਿੱਤਾ, ਤੁਸੀਂ ਇਹ ਕਹੋ ਕਿ ਕਾਨੂੰਨ ਇਹ ਕਹਿੰਦਾ ਕਿ ਜੂਨ ਤੇ ਦਸੰਬਰ ਦੇ ਵਿੱਚ ਭਾਈ ਗ੍ਰਾਮ ਸਭਾਵਾਂ ਦੇ ਇਜਲਾਸ ਹੋਣੇ ਨੇ, ਜਿੱਥੇ ਵੀ ਇਹ 2 ਮਹੀਨਿਆਂ ਦੇ ਦੌਰਾਨ ਕਿਸੇ ਪਿੰਡ 'ਚ ਨਹੀਂ ਹੋਣਗੇ ਉਹਦੇ ਖਿਲਾਫ ਕਾਰਵਾਈ ਕਰਾਂਗੇ। ਤੁਸੀਂ 1 ਦਿਨ ਦਿੰਦੇ ਹੋ ਸਿੰਬੋਲਿਕ ਤੌਰ 'ਤੇ। 1 ਦਿਨ ਵਾਲਾ ਤਾਂ ਕਦੇ ਵੀ ਢਾਂਚਾ ਹੀ ਨਹੀਂ ਤੁਹਾਡੇ ਕੋਲ ਹੁੰਦਾ। ਇੱਕ ਬਲਾਕ 'ਚ ਇੱਕ BDO ਹੁੰਦਾ, 1-2 ਉਹਦੇ ਪੰਚਾਇਤ ਅਫਸਰ ਹੋਣਗੇ, ਅਤੇ ਇੱਕ ਸੈਕਟਰੀ ਆ, 10-10 ਪਿੰਡਾਂ ਨੂੰ ਇੱਕ ਸੈਕਟਰੀ ਦੇਖਦਾ, ਤਾਂ ਇੱਕੋ ਦਿਨ ਇਹ ਸੰਭਵ ਨਹੀਂ ਹੈ, ਪ੍ਰੈਕਟੀਕਲ ਨਹੀਂ ਹੈ। ਪਰ ਇਹ ਸਵਾਲ ਫਾਰਮੈਲਿਟੀ ਸ਼ੇਖ ਨਹੀਂ ਹੈ, ਮਤਲਬ 1 ਦਿਨ ਤੁਸੀਂ ਕਹਿਤਾ ਜੀ ਐਂ ਕਰੋ ਜੀ ਐਂ ਕਰੋ ਜੀ, ਉਹਦਾ ਜ਼ਰੂਰੀ ਨਹੀਂ ਹੈ। ਪਰ ਇੱਕ ਭਾਵਨਾ ਹੁੰਦੀ ਹੈ, ਜੇ ਤੁਸੀਂ ਚਲਾਉਣਾ ਚਾਹੁੰਦੇ ਹੋ ਤਾਂ ਟ੍ਰੇਨਡ ਵੀ ਕਰੋ ਲੋਕਾਂ ਨੂੰ ਜਾ ਕੇ। ਔਰ ਵੈਸੇ ਤਾਂ ਜਿਹੜੇ 5-5 ਕਰੋੜ ਰੁਪਈਆ ਇੱਕ ਸਾਲ 'ਚ ਟ੍ਰੇਨਿੰਗ ਦਾ ਲੱਗਿਆ ਹੈ ਪੰਚਾਇਤਾਂ 'ਤੇ, ਅਤੇ ਉਹ ਪੈਸਾ ਕਿੱਥੇ ਗਿਆ ਜੇ ਲੋਕ ਟ੍ਰੇਨਡ ਹੀ ਨਹੀਂ ਹੋਏ। ਜਿਹੜੀਆਂ ਜਾਂਚ ਕਰ ਰਹੇ ਨੇ, ਜਾਂਚ ਤਾਂ ਇਹਨਾਂ ਚੀਜ਼ਾਂ ਦੀ ਕਰਨੀ ਚਾਹੀਦੀ ਹੈ ਵੀ ਜੇ ਇੱਕ ਸਕੂਲ 'ਚ ਬੱਚੇ ਜਾਂਦੇ ਨੇ, ਉਹ 5 ਸਾਲ 10 ਸਾਲ ਸਾਰੇ ਬੱਚੇ ਫੇਲ ਹੋਈ ਜਾਂਦੇ ਨੇ,
ਫਿਰ ਵੀ ਕਹੋ ਕਿ ਬੱਚੇ ਨਲਾਇਕ ਨੇ, ਬੱਚੇ ਥੋੜ੍ਹੀ ਨਲਾਇਕ ਨੇ, ਮਾਸਟਰ ਨਲਾਇਕ ਨੇ, ਟੀਚਰ ਜਾਂ ਪ੍ਰਬੰਧ ਨਲਾਇਕ ਹੈ। ਤੇ ਜੇ ਕਹੇ ਵੀ ਲੋਕਾਂ ਨੂੰ ਪਤਾ ਹੀ ਨਹੀਂ, ਗ੍ਰਾਮ ਸਭਾ ਅਜੇ 28 ਸਾਲ ਹੋ ਗਏ, ਜਾਂ ਪਿੰਡ ਦੇ ਵਿੱਚ ਅਜੇ ਕਿਸੇ ਇੱਕ ਪੰਚਾਇਤ ਨੂੰ ਵੀ ਲਾਗੂ ਨਹੀਂ ਕਰਨੀ ਆਈ, ਜਾਂ ਲੋਕਾਂ ਨੂੰ ਨਹੀਂ ਪਤਾ, ਆਪ ਨਹੀਂ ਬੁਲਾ ਰਹੇ, ਤਾਂ ਲੋਕਾਂ ਦਾ ਥੋੜ੍ਹੀ ਕਸੂਰ ਹੈ। ਜਿਨ੍ਹਾਂ ਨੇ ਉਹਨਾਂ ਨੂੰ ਜਾ ਕੇ ਦੱਸਣਾ ਸੀ, ਜਿਨ੍ਹਾਂ ਦੇ ਅਧੀਨ ਉਹ ਕਰਮਚਾਰੀ ਕੰਮ ਕਰਦੇ ਸੀ, ਤੇ ਉਹਨਾਂ ਨੇ ਜੇ ਆਪਦਾ ਕੰਮ ਨਹੀਂ ਕੀਤਾ ਤਾਂ ਜ਼ਿੰਮੇਵਾਰੀ ਉਹਨਾਂ ਦੀ ਤੈਅ ਹੋਣੀ ਚਾਹੀਦੀ ਹੈ। ਜ਼ਿੰਮੇਵਾਰੀ ਲੋਕਾਂ ਦੀ, ਹਾਂ, ਨਵੇਂ ਸਿਰਿਓਂ ਇੱਕ ਹਦਾਇਤ ਹੋਣੀ ਚਾਹੀਦੀ ਹੈ, ਬਲਕਿ ਜਾ ਕੇ ਕਿ ਸਾਰੇ ਕਰਮਚਾਰੀ ਸਾਨੂੰ ਪਿੰਡਾਂ 'ਚ ਚਾਹੀਦੇ ਨੇ। ਉਹਨਾਂ ਦਿਨਾਂ ਦੇ ਵਿੱਚ ਉੱਥੇ ਗ੍ਰਾਮ ਸਭਾ 'ਤੇ ਤੁਸੀਂ ਲੈਕਚਰ ਕਰਦੇ ਦਿਖਾਈ ਦੇਣੇ ਚਾਹੀਦੇ ਹੋ, ਗ੍ਰਾਮ ਸਭਾ ਬਾਰੇ ਜਾਣਕਾਰੀ ਦਿੰਦੇ ਦਿਖਾਈ ਦੇਣੇ ਚਾਹੀਦੇ ਹੋ। ਬਲਕਿ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੇ ਗੌਰਮੈਂਟ ਇੱਕ ਟ੍ਰੇਨਿੰਗ ਕੈਂਪ ਹਫ਼ਤੇ 10 ਦਿਨ ਦਾ ਲਾ ਦੇ, 1 ਲੱਖ ਟੀਚਰ ਹੈ, ਮਤਲਬ ਗੌਰਮੈਂਟ ਟੀਚਰ ਹੈ ਪੰਜਾਬ ਦੇ ਵਿੱਚ, ਜਿਹੜਾ ਪਿੰਡਾਂ 'ਚ ਵੀ ਪਿੰਡਾਂ 'ਚ ਜਾਂਦਾ ਜ਼ਿਆਦਾਤਰ, ਅਤੇ ਬਾਕੀ ਨੇ, ਉਹਨੂੰ ਕਹੋ ਵੀ ਤੁਸੀਂ ਸਾਰੇ 5-5 ਬੰਦਿਆਂ ਦੀ ਤੁਹਾਡੀ ਜ਼ਿੰਮੇਵਾਰੀ ਲਾਤੀ ਹੈ, ਤੁਸੀਂ ਆਹ ਕਿਸੇ ਛੁੱਟੀ 'ਚ ਵਲੰਟਰਲੀ ਕਰ ਲਓ, ਕੋਆਪਰੇਟ ਕਰਾਉਣ ਚਾਹੇ ਉਹ ਵੀ ਆਹ ਤੁਸੀਂ ਸਮਝ ਲਿਆ ਨਾ, ਇਹ ਪਿੰਡ 'ਚ ਬੈਠ ਕੇ 5-5 4-4 ਦਿਨ ਲਾ ਕੇ ਸਾਰੇ ਲੋਕਾਂ ਨੂੰ ਗ੍ਰਾਮ ਸਭਾ ਸਮਝਾ ਦਿਓ, ਅਤੇ 5-5 ਦਿਨਾਂ ਦੇ ਵਿੱਚ ਹੀ ਰਿਜ਼ਲਟ ਬਹੁਤ ਵੱਡਾ ਆਉਣਾ ਸ਼ੁਰੂ ਹੋ ਜਾਏਗਾ ਆਪਣੇ ਆਪ, ਜੇਕਰ ਲੋਕ ਸਮਝ ਜਾਣਗੇ। ਜੇ ਗੌਰਮੈਂਟ ਸੱਚੀ ਚਾਹੁੰਦੀ ਹੈ ਕਿ ਪਿੰਡਾਂ 'ਚੋਂ ਚੱਲੇ ਸ਼ਾਸਨ। ਪਰ ਰੌਲਾ ਇੱਥੇ ਵੀ ਇਹ ਪੈ ਜਾਣਾ ਨਾ, ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਅਧਿਆਪਕਾਂ ਤੋਂ ਸਿਰਫ ਪੜ੍ਹਾਈ ਵਾਲਾ ਕੰਮ ਲਵਾਂਗੇ, ਦੂਜਾ ਕੰਮ ਨਹੀਂ ਲਵਾਂਗੇ। ਖੈਰ, ਦੂਜਾ ਸਵਾਲ ਇਹ ਹੈ ਕਿ ਪਿੰਡਾਂ ਦੀ ਪੰਚਾਇਤਾਂ ਦਾ ਮਸਲਾ ਹੈਗਾ, ਜ਼ਮੀਨ ਬੜੀ ਦੱਬੀ ਹੋਈ ਹੈ, ਕਈ ਅਫਸਰਾਂ ਦੇ ਨਾਮ ਆਉਂਦੇ ਨੇ, ਕਈ ਲੀਡਰਾਂ ਦੇ ਨਾਮ ਆਉਂਦੇ ਨੇ। ਕੀ ਲੱਗਦਾ ਹੈਗਾ ਕਿ ਉੱਦਾਂ ਦੀ ਜਾਂਚ ਕਰਾਓ ਲੈਣਗੇ, ਜਾਂ ਫਿਰ ਇਹ ਇੱਕ ਖਾਨਾ ਪੂਰਤੀ ਜੀ ਬਣ ਕੇ ਰਹਿ ਜੂਗੀ? ਪਹਿਲਾਂ ਤਾਂ ਉਹ ਜਿਹੜਾ ਭਗਵੰਤ ਮਾਨ ਕਹਿੰਦਾ ਪੜ੍ਹਾਈ ਦਾ ਕੰਮ ਕਰਾਵਾਂਗੇ, ਐਦੋਂ ਵੱਡੀ ਪੜ੍ਹਾਈ ਕੋਈ ਨਹੀਂ ਹੈ। ਕਲਾਸ ਸਭ ਤੋਂ ਬੜੀ ਕਲਾਸ ਹੋਏਗੀ ਪੰਜਾਬ ਦੀ। ਗਿਆਨ ਦੇ, ਪੜ੍ਹਾਈ ਦਾ ਮਤਲਬ ਕੀ ਹੈ? ਗਿਆਨ ਦੇਣਾ। ਪੜ੍ਹਾਈ ਦਾ ਮਤਲਬ ਸਿਲੇਬਸ ਰਟਾਉਣਾ ਨਹੀਂ ਹੈ। ਉਹ ਸਕੂਲਾਂ ਦੇ ਵਿੱਚ ਸਾਰੇ ਬੱਚਿਆਂ ਨੂੰ ਤੁਸੀਂ ਗ੍ਰਾਮ ਸਭਾ ਸਿਖਾ ਸਕਦੇ ਹੋ। ਕਾਲਜਾਂ ਦੇ ਵਿੱਚ ਜੇ ਪੜ੍ਹਾਈ ਵੀ ਕਰਾਉਣੀ ਹੈ, ਆਪਣੇ ਸਕੂਲ ਦੇ ਹਰ ਬੱਚੇ ਤੇ ਹਰ ਕਾਲਜ ਦੇ ਬੰਦੇ ਨੂੰ ਸਿਖਾ ਦਿਓ ਜਿਹੜਾ ਪੜ੍ਹਨ ਆਉਂਦਾ ਤੁਹਾਡੇ, ਔਰ ਉਹ ਤਾਂ ਸਿਲੇਬਸ ਦਾ ਨਾਗਰਿਕ ਸ਼ਾਸਤਰ 'ਚ ਹਿੱਸਾ ਹੈ, ਪੋਲੀਟੀਕਲ ਸਾਇੰਸ ਦੇ ਵਿੱਚ ਹਿੱਸਾ, ਉਹ ਸਾਰੇ +1 2 ਦੇ ਵਿੱਚ ਪੜ੍ਹਾ ਦਿਓ। ਪਰ ਉਹ ਕਰਨਗੇ ਨਹੀਂ। ਉਹਦਾ ਰੀਜ਼ਨ ਇਹ ਹੈ ਕਿ ਮੈਨੂੰ ਪਤਾ ਕਿ ਕਿਸ ਹੱਦ ਤੱਕ ਜਾ ਸਕਦੇ ਨੇ। ਔਰ ਇਹ ਤੋਂ ਪਹਿਲਾਂ ਭਗਵੰਤ ਮਾਨ ਨੇ ਵੀ ਇੱਕ ਪਿੰਡ 'ਚ 2 ਵਾਰ ਬੁਲਵਾਈ, ਅਤੇ ਜਦੋਂ ਮੁੱਦਾ ਹੱਲ ਹੋ ਗਿਆ ਤਾਂ ਇਜਲਾਸ ਤੋਂ ਬਿਨਾਂ ਹੀ ਕੰਮ ਸਾਰ ਲਿਆ। ਉਹ ਅਲੱਗ ਸਵਾਲ ਹੈ, ਕਿਉਂਕਿ ਉਹ ਨੀਅਤ ਅਤੇ ਉਹ ਬਾਕੀ ਦੀਆਂ ਚੀਜ਼ਾਂ ਦੀ ਗੱਲ ਹੁੰਦੀ ਹੈ। ਪਰ ਜਿਹੜੇ ਸਾਮਰਾਟ ਤੱਬੀ ਦਾ ਸਵਾਲ ਹੈ, ਇਹਦੇ 'ਚ ਤੁਸੀਂ ਇਹਦੇ 'ਚ ਵੀ ਨਾ ਇੱਕ ਡਬਲ ਹੈ। ਅੱਜ ਕੱਲ੍ਹ ਦੇਸ਼ 'ਚ ਬੜਾ ਕੁਛ ਚੱਲ ਰਿਹਾ। ਅੱਜ ਕੱਲ੍ਹ ਉਹ ਕਹਿੰਦੇ ਨੇ ਦੰਗੇ ਦੇ ਨਾਂ 'ਤੇ ਅਸੀਂ ਕਹਿੰਦੇ ਬੁਲਡੋਜ਼ਰ ਚਲਾ ਰਹੇ ਹਾਂ, ਦੁਕਾਨਾਂ ਵੀ ਢਾਹ ਦਿੰਦੇ ਹਾਂ ਅਤੇ ਘਰ ਵੀ ਢਾਹ ਦਿੰਦੇ ਹਾਂ। ਪਰ ਉਹ ਕਿਹਦਾ ਢਹਿੰਦਾ? ਉਹ ਗਰੀਬ ਆਦਮੀ ਦਾ ਢਹਿੰਦਾ ਹੈ ਨਾ। ਉਹ ਤੁਸੀਂ ਚਲੇ ਗਏ ਜਾ ਕੇ ਵੀ ਆਹ ਦੰਗੇ 'ਚ ਇਹਦਾ ਘਰ ਉੱਥੇ ਜਾ ਕੇ ਢਾਹਿਆ ਉਹ ਜਾ ਕੇ, ਅਤੇ ਬੁਲਡੋਜ਼ਰ ਅਮੀਰ ਆਦਮੀ ਵੱਲ ਅਜੇ ਜਾ ਨਹੀਂ ਰਿਹਾ। ਸਾਡੇ ਬੁਲਡੋਜ਼ਰ 'ਚ ਕੋਈ ਪ੍ਰੋਬਲਮ ਹੈ, ਉਹਦੇ ਸੌਫਟਵੇਅਰ 'ਚ ਜਾਂ ਲੀਡਰਸ਼ਿਪ ਦੇ। ਹੁਣ ਲਗਭਗ 135 ਲੱਖ ਏਕੜ ਜ਼ਮੀਨ ਹੈ ਪੰਜਾਬ ਦੀ, ਸਾਮਨਾਟ ਪਿੰਡਾਂ 'ਚ, ਅਤੇ ਉਹਦੇ 'ਚੋਂ ਲਗਭਗ 15,000 ਏਕੜ 'ਤੇ ਤਾਂ ਸਿੱਧਾ ਕਬਜ਼ਾ ਹੈ ਵੱਖ-ਵੱਖ ਥਾਵਾਂ 'ਤੇ, ਜਿਹੜਾ ਕਿ ਵੱਡੇ ਬੰਦਿਆਂ ਦਾ ਕਬਜ਼ਾ। ਮਾੜਾ ਮੋਟਾ 1000 ਏਕੜ 'ਤੇ 500 'ਤੇ ਛੋਟਿਆਂ ਦਾ ਵੀ ਹੋਊਗਾ, ਕਿਸੇ ਨੇ ਛੋਟਾ ਜਿਹਾ ਘਰ ਪਾ ਲਿਆ ਹੋਊਗਾ, ਕਿਸੇ ਨੇ ਕੁਛ ਹੋਰ ਪਾ ਲਿਆ, ਪਰ ਵੱਡੇ ਤਾਂ ਹਜ਼ਾਰਾਂ ਏਕੜ ਵਾਲੇ ਤਾਂ ਉਹ ਬੰਦੇ ਨੇ। ਔਰ ਉਹਨਾਂ ਵੱਲ ਕੋਈ, ਕਿਉਂਕਿ ਉਹਦੇ 'ਚ ਇੱਕ ਪੰਗਾ ਹੈ, ਉਹ ਕੀ ਕਰਦੇ ਨੇ, ਕਾਨੂੰਨ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ। ਕਿਉਂਕਿ ਇੱਥੇ ਵੀ ਜੁਡੀਸ਼ਲ ਪਾਵਰ ਹੈ ਪੰਚਾਇਤੀ ਰਾਜ ਸੈਟਅਪ ਦੇ ਵਿੱਚ ਵੀ, ਉਹ DDPO ਦੇ ਕੇਸ ਪਾਉਂਦੇ ਨੇ। ਸਾਲਾਂ ਬੱਧੀ DDPO ਦੇ ਪਿਆ ਰਹਿੰਦਾ ਵੀ ਉਹ ਨਹੀਂ ਕਰਦਾ। ਜੇ ਪੋਲੀਟੀਕਲ ਪ੍ਰੈਸ਼ਰ ਹੁੰਦਾ ਵੀ ਕੇਸ ਛੇੜਨਾ ਨਹੀਂ, ਸਾਲਾਂ ਲੰਘ ਜਾਂਦੇ। DDPO ਤੋਂ ਡਾਇਰੈਕਟਰ ਦੇ ਜਾਂਦਾ, ਡਾਇਰੈਕਟਰ ਦੇ ਪਿਆ ਰਹਿੰਦਾ, ਫਿਰ ਉਹ ਕਈ ਵਾਰ ਨਹੀਂ ਹੁੰਦਾ, ਫਿਰ ਉਹ ਜਾਂਦਾ ਉੱਪਰ, ਇੱਕ ਕਮਿਸ਼ਨਰ ਬਣਾਏ ਹੋਏ ਨੇ ਜ਼ਿਲ੍ਹਿਆਂ ਵਾਈਜ਼ ਜਿਨ੍ਹਾਂ ਦੇ, ਉਹਨਾਂ ਕੋਲ ਜਾਂਦਾ, ਫਿਰ ਪ੍ਰਿੰਸੀਪਲ ਸੈਕਟਰੀ ਕੋਲ ਜਾਂਦਾ, ਫਿਰ ਕੋਰਟ 'ਚ ਜਾਂਦਾ। ਉਸ ਤੋਂ ਬਾਅਦ ਤਾਂ ਅੱਧੀਆਂ ਜ਼ਿੰਦਗੀਆਂ ਲੱਗ ਜਾਂਦੀਆਂ ਨੇ ਲੋਕਾਂ ਦੀਆਂ। ਇਹਦੇ ਤੋਂ ਵੀ ਇਲਾਵਾ ਜਿਹੜੇ ਵੱਡੇ ਦੱਬੇ ਹੋਏ ਨੇ ਆਲੇ ਦੁਆਲੇ, ਚੰਡੀਗੜ੍ਹ ਦੇ ਜਿਹੜੇ ਤਾਂ ਜਸਟਿਸ ਕੁਲਦੀਪ ਸਿੰਘ ਕਮੇਟੀ ਜਿਹੜੀ ਬਣੀ ਸੀ, ਹਾਈ ਕੋਰਟ ਦੇ ਕਹਿਣ 'ਤੇ ਬਣੀ ਸੀ, ਉਹਦੇ 'ਚ ਕਿੰਨੇ ਖੁਲਾਸੇ, ਕਿੰਨਿਆਂ ਦੇ ਤਾਂ ਨਾਮ ਵੀ ਨੇ। ਕਈ ਰਿਟਾਇਰਡ DGP ਨੇ, ਕੋਈ IAS ਅਫਸਰ ਹੈ, ਕੋਈ ਵੱਡੇ ਸਾਰੇ ਬੰਦੇ ਨੇ। ਉਹ ਰਿਪੋਰਟਾਂ ਆ ਗਈਆਂ, ਅਤੇ ਰਿਪੋਰਟਾਂ ਗੌਰਮੈਂਟ ਕੋਲ ਚਲੀਆਂ ਵੀ ਗਈਆਂ। ਇੰਨੇ ਸਾਲਾਂ ਤੋਂ ਚੁੱਪ ਕਿਉਂ ਹੈ? ਕਿਉਂਕਿ ਉਹ ਚੁੱਪੀ ਇਸ ਕਰਕੇ ਹੈ, ਇੱਕ ਅਲੀਟ ਕਲਾਸ ਜਿਹੜੀ ਹੈ ਉਹ ਸਾਰੀ ਰਲ ਮਿਲ ਕੇ ਇਹ ਚੀਜ਼ਾਂ ਦਾ ਫਾਇਦਾ ਲੈਂਦੀ ਹੈ, ਅਤੇ ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਉਹ ਇੱਕ ਦੂਜੇ ਨੂੰ ਬਚਾਉਂਦੇ ਨੇ। ਅਤੇ ਇਹ ਨੈਕਸਸ ਹੈ ਇੱਕ ਮਾਫੀਆ ਜਿਹਨੂੰ ਕਹਿੰਦੇ ਆ। ਮਾਫੀਆ ਇਹ ਵੀ ਉੱਡਾ ਹੀ ਵੱਡਾ ਮਾਫੀਆ ਹੈ, ਇਹ ਛੋਟਾ ਮਾਫੀਆ ਨਹੀਂ ਹੈ। ਔਰ ਕੋਈ ਇਹਨੂੰ ਹੱਥ ਪਾ ਸਕੇਗਾ? ਗੌਰਮੈਂਟ ਹੁਣ ਦੀ ਨਹੀਂ ਪਾ ਸਕੂਗੀ। ਇਹ ਤਾਂ ਹੁਣ ਅਗਲੇ ਐਕਸ਼ਨ ਤੋਂ ਹੀ ਕਿਸੇ ਤੋਂ ਪਤਾ ਲੱਗ ਸਕਦਾ, ਉਦੋਂ ਪਹਿਲਾਂ ਤਾਂ ਨਹੀਂ ਹੈ। ਅੱਜ ਤੱਕ ਤਾਂ ਕਿਸੇ ਨੇ ਨਹੀਂ ਪਾਇਆ ਮਤਲਬ ਹੱਥ ਉਸ ਨੂੰ। ਖੈਰ, ਆਖਰੀ ਸਵਾਲ ਹੈ ਕਿ ਇਹ ਸਾਰਾ ਮਸਲਾ ਹੱਲ ਕਿੱਦਾਂ ਹੋਏਗਾ? ਲੋਕ ਜਾਗਰੂਕ ਕਿੱਦਾਂ ਹੋਣਗੇ? ਗ੍ਰਾਮ ਸਭਾ ਦੀ ਸ਼ਕਤੀਆਂ ਨੂੰ ਸਮਝਣਗੇ ਕਿੱਦਾਂ? ਜਾਂ ਫਿਰ ਪੂਰਾ ਮਸਲਾ ਹੱਲ ਕਿੱਦਾਂ ਹੋਏਗਾ? ਜੇ ਪਿੰਡ ਦੇ ਵਿੱਚ ਕਿਸੇ ਦੇ ਸ਼ਾਮਲਾਟ ਜ਼ਮੀਨ ਜੱਬੀ ਜਾਂਦੀ ਹੈ ਤਾਂ ਉਹਨੂੰ ਕਿਸ ਤਰੀਕੇ ਦੇ ਨਾਲ ਪਿੰਡ ਵਾਲੇ ਉਦੋਂ ਖੜ ਕੇ ਮਤਲਬ ਆਵਾਜ਼ ਚੁੱਕ ਕੇ ਉਹਨੂੰ ਜ਼ਮੀਨ ਨੂੰ ਛੁਡਾ ਸਕਦੇ ਨੇ? ਕਿਸ ਤਰੀਕੇ ਨਾਲ ਹੋ ਸਕਦਾ ਸਾਰਾ ਕੁਝ? ਇਹਦਾ ਤਾਂ ਬੜਾ ਸਿੱਧਾ ਤਰੀਕਾ ਤਾਂ ਗ੍ਰਾਮ ਸਭਾਵਾਂ ਨੇ। ਇੱਛੇਵਾਲ ਪਿੰਡ ਹੈ, ਨਾਭੇ ਦੇ ਵਿੱਚ ਪੈਂਦਾ।
ਉਦੋਂ ਮੰਤਰੀ ਸੀ ਅਕਾਲੀ ਦਲ ਦੇ, ਇੱਕ ਬੜੇ ਸੀਨੀਅਰ ਮੰਤਰੀ ਸੀ, ਅੱਜ ਐਤਕੀ ਹਾਰ ਗਏ ਵਿਚਾਰੇ, ਬ੍ਰਹਮਪੁਰਾ ਸਾਹਿਬ ਪੰਚਾਇਤ ਮੰਤਰੀ ਸੀ। ਉਹ ਬੰਦਾ ਜਿਹਨੇ ਆ ਕੇ ਲੋਕ ਕੀ ਕਰਦੇ ਨੇ, ਦੱਬਣ ਲਈ ਕੀ ਕਰਦੇ ਨੇ, ਉਹ ਇੱਕ ਵਾਰ ਆ ਕੇ ਠੇਕੇ ਤੇ ਲੈ ਲੈਂਦੇ ਨੇ, ਮੁੜ ਕੇ ਉਹਦੀ ਬੋਲੀ ਉਹ ਨਹੀਂ ਹੋਣ ਦਿੰਦੇ, ਬੋਲ ਕੇ ਕਹਿੰਦੇ ਮੈਂ ਤਾਂ ਦੱਬ ਲਈ। ਜਿਹੜੇ ਤਾਕਤਵਰ ਬੰਦੇ ਨੇ ਨਾ, ਬੋਲੀ ਹੁੰਦੀ ਨਹੀਂ, ਤੇ ਉਹ ਕਹਿੰਦੇ ਤੁਸੀਂ ਕੇਸ ਕਰ ਦਿਓ ਜਿੱਥੇ ਕੀਤਾ। ਉਹ ਬੰਦੇ ਨੇ ਵੀ ਇਹੀ ਕੰਮ ਕੀਤਾ। ਪਰ ਇੱਛੇਵਾਲ ਦੇ ਅਦਾਲਤ ਗਏ ਵੀਡੀਓ ਦੇ, ਸਪੈਸ਼ਲ ਇਜਲਾਸ ਬੁਲਵਾਇਆ। ਇਜਲਾਸ 'ਚ ਹਦਾਇਤ ਕੀਤੀ ਪੰਚਾਇਤ ਨੂੰ ਕਿ ਕਬਜ਼ਾ ਖਾਲੀ ਚਾਹੀਦਾ, ਤੇ ਉਹ ਕਬਜ਼ਾ ਖਾਲੀ ਹੋਇਆ। ਹਮੀਰ ਸਿੰਘ ਜੀ, ਤੁਸੀਂ ਸਮਾਂ ਦਿੱਤਾ, ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ ਜੀ ਸ਼ੁਕਰੀਆ। ਤਾਂ ਸਰਦਾਰ ਹਮੀਰ ਸਿੰਘ ਜੀ ਸਾਡੇ ਨਾਲ ਜੁੜੇ, ਗੱਲਬਾਤ ਉਹਨਾਂ ਨੇ ਕੀਤੀ ਹੈ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗ੍ਰਾਮ ਸਭਾ ਦੀ ਅਹਿਮੀਅਤ ਕੀ ਹੈ, ਕਿ ਵੱਡੇ ਵੱਡੇ ਜ਼ੋਰਾਵਰਾਂ ਦੇ ਅੱਗੇ ਗ੍ਰਾਮ ਸਭਾ ਦੇ ਜਦੋਂ ਪਾਏ ਮਤੇ ਤਾਂ ਉਹ ਵੀ ਝੁਕਣਾ ਉਹਨਾਂ ਨੂੰ ਪੈ ਜਾਂਦਾ ਹੈ। ਹੁਣ ਦੇਖਣ ਵਾਲਾ ਹੋਏਗਾ ਕਿ ਪਿੰਡਾਂ ਦੇ ਲੋਕ ਕਿੰਨਾ ਕੁ ਸਮਝਦੇ ਨੇ, ਕਿੰਨਾ ਕੁ ਜਾਗਰੂਕ ਹੁੰਦੇ ਨੇ, ਇਹ ਵੀ ਦੇਖਣ ਵਾਲਾ ਹੋਏਗਾ। ਕੈਮਰਾਮੈਨ ਲਲਿਤ ਪਾਂਡੇ ਦੇ ਨਾਲ ਮੈਂ ਹਾਂ ਆਨੰਦਪ੍ਰੀਤ ਸਿੰਘ, ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।